ਐਲੋ ਜਨਾਬ ਫੈਸਲਾਬਾਦ ਦੇ ਵਿੱਚੋਂ ਐਜੂਕੇਸ਼ਨ ਦੇ ਵਿੱਚੋਂ ਗੱਲ ਕੀਤੀ ਜਾਵੇ ਤਾਂ ਜਨਾਬ ਡੀਪੀਐਸ ਸਕੂਲ ਦੇ ਪ੍ਰਿੰਸੀਪਲ ਨੂੰ ਜਨਾਬ ਅੱਜ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਤੇ ਨੌਕਰੀ ਤੋਂ ਕਿਉਂ ਕੱਢਿਆ ਹੈ, ਸਾਡੇ ਨਾਲ ਐਜੂਕੇਸ਼ਨ ਦੇ ਬੀਟ ਕਰਦੇ ਨੇ ਜਹਾਂਗੀਰ ਅਸ਼ਰਫ, ਇਹ ਸਾਡੇ ਨਾਲ ਮੌਜੂਦ ਨੇ। ਇਹਨਾਂ ਦਾ ਅਸੀਂ ਫਾਇਦਾ ਚੁੱਕਦੇ ਹਾਂ। ਅੱਜ ਇਹਨਾਂ ਕੋਲ ਪੁੱਛਦੇ ਹਾਂ, ਜਹਾਂਗੀਰ ਭਾਈ ਪ੍ਰਿੰਸੀਪਲ ਨੂੰ ਇੱਕਦਮ ਤੁਸੀਂ ਕਹਿ ਦੇਣਾ ਕਿ ਭਾਜੀ ਤਾਂ ਨੌਕਰੀ ਤੋਂ ਕੱਢ ਦਿੱਤਾ, ਗਵਰਨਮੈਂਟ ਦਾ ਅਦਾਰਾ ਹੈ ਬਕਾਇਦਾ, ਤੋਂ ਬੜਾ ਅੱਛਾ ਸਕੂਲ ਹੈ, ਕਾਲਜ ਵੀ ਉਹਨਾਂ ਦਾ, ਲੇਕਿਨ ਇੱਕੋ ਦਮ ਉਹਨਾਂ ਨੂੰ ਕਹਿਣਾ ਘਰ ਖਾਲੀ ਕਰ ਦਿਓ, ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ। ਕੀ ਚੱਕਰ ਹੋਇਆ ਵਿੱਚ, ਕਿਹੜੀ ਇਹੋ ਜਿਹੀ ਗੇਮ ਪਈ ਜਿਹੜੀ ਕਿ ਫਟਾਫਟ ਉਹਨਾਂ ਨੇ ਇੱਕੋ ਰਾਤ ਚ ਉਹਨਾਂ ਨੂੰ ਫਟਾਫਟ ਕਹਿਤਾ ਛੱਡੋ ਸਾਰਾ ਕੁਝ ਤੇ ਨਿਕਲੋ ਇੱਥੋਂ। अच्छा मौजम है, एक दिन से नहीं होया सारा मामला। कमिश्नर फैसलाबाद दी शायद कोई अनबन सी अंदरूनी खाता कोई, क्योंकि सारे मामले नूं इंतहाई खुफिया रखा गया। तकरीबन एक हफ्ते तो 10 दिन लगे सारे मामले नूं। चार्जशीट एक बनाई गई उन्होंने खिलाफ, चार्जशीट अज तक डिस्कलोज नहीं की गई। ठीक है। अच्छा, उहदे विच की मामला सी कि कुछ उन ते इल्जामात लगाए गए मुबैना तौर ते करप्शन के हवाले नाल ते मुबैना तौर ते असाजा नूं रखण के हवाले नाल उन्हां ते इल्जाम लगाए गए कि बेज़ाबतियां सी। इस हवाले ना कोई उन्होंने जब जवाब जमा कराने ਲਈ अगर कमिश्नर ਨੂੰ एक लैटर लिखिया, उन्होंने कहा कि जनाब इनकी रिकॉर्ड तक रसाई दी जाए, लेकिन वो भी रिकॉर्ड जरा उन्होंने नहीं रसाई दी गई और उन्होंने कहा गया कि जनाब तुसी ज़बरदस्ती रिज़ाइन कर दो। अच्छा, जो इस्तीफा नहीं दिता तो उन्होंने टर्मिनेट कर दिता गया। प्रिंसिपल मोहम्मद शाहिद उन्होंने टर्न्योर ਦੇ ਵਿੱਚ ਡੀਪੀਐਸ ਨੇ ਬੋਰਡ ਦੀਆਂ ਪੋਜੀਸ਼ਨਾਂ ਹਾਸਲ ਕੀਤੀਆਂ। ਕ੍ਰਿਕਟ ਦੇ ਮੈਦਾਨ ਵਿੱਚ ਫੈਸਲਾਬਾਦ ਨਾ ਸਿਰਫ ਬਲਕਿ ਪੰਜਾਬ ਲੈਵਲ ਦਾ ਚੈਂਪੀਅਨ ਬਣਿਆ ਡੀਪੀਐਸ ਕ੍ਰਿਕਟ ਦੇ ਮੈਦਾਨ ਦੇ ਵਿੱਚ। ਅਕੈਡਮਿਕ ਔਰ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਵੀ ਪਹਿਲੇ ਨੰਬਰ ਤੇ ਇਸ ਅਦਾਰੇ ਨੂੰ ਲੈ ਕੇ ਗਏ ਪ੍ਰਿੰਸੀਪਲ ਮੁਹੰਮਦ ਸ਼ਾਹਿਦ, ਲੇਕਿਨ ਅਚਾਨਕ ਇੱਕ ਹਫ਼ਤੇ ਤੇ 10 ਦਿਨ ਦੀ ਅੰਦਰ ਖਾਤੇ ਦੀ ਕਾਰਵਾਈ ਜਿਹਨੂੰ ਹਾਲੇ ਤੱਕ ਸਾਹਮਣੇ ਨਹੀਂ ਲਿਆ ਗਿਆ, ਉਸ ਤੋਂ ਬਾਅਦ ਪ੍ਰਿੰਸੀਪਲ ਨੂੰ ਨੌਕਰੀ ਤੋਂ ਫਾਰਗ ਕਰਤਾ। ਅੱਛਾ, ਇਹ ਜਹਾਂਗੀਰ ਭਾਈ ਇਹ ਗੱਲ ਪਹਿਲੇ ਮੇਰੇ ਕੋਲ ਵੀ ਇੱਕ ਖਬਰ ਪਹੁੰਚੀ ਸੀ, ਜਦੋਂ ਸਕੂਲਾਂ ਦੇ ਵਿੱਚ ਛੁੱਟੀਆਂ ਸੀਗੀਆਂ ਉਦੋਂ ਪ੍ਰਿੰਸੀਪਲ ਸਾਹਿਬ ਟੀਚਰਾਂ ਨੂੰ ਬੁਲਾਉਂਦੇ ਸੀਗੇ ਤੇ ਸਵੇਰ ਤੋਂ ਬੁਲਾ ਕੇ ਸ਼ਾਮ ਤੱਕ ਬਿਠਾਉਂਦੇ ਸੀ, ਨਾ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਦਿੰਦੇ ਸੀ। ਕਿਹੜੀ ਇਹੋ ਜਿਹੀ ਟ੍ਰੇਨਿੰਗ ਸੀ ਜਿਹੜੀ ਛੁੱਟੀਆਂ ਦੇ ਵਿੱਚ ਕਰਾਉਂਦੇ ਸੀ ਤੇ ਸਵੇਰ ਨੂੰ ਕਹਿੰਦੇ ਸ਼ਾਮ ਤੱਕ ਤੁਸੀਂ ਇੱਥੇ ਰਹਿਣਾ ਵਾ। ਉਹਦੇ ਵਿੱਚ ਬਲੱਡ ਪ੍ਰੈਸ਼ਰ ਦੇ ਮਰੀਜ਼ ਸੀ, ਸ਼ੂਗਰ ਦੇ ਮਰੀਜ਼ ਸੀ, ਉਹਨਾਂ ਨੂੰ ਖਾਣ ਪੀਣ ਵਾਸਤੇ ਜਦੋਂ ਕੋਈ ਚੀਜ਼ ਨਹੀਂ ਹੋਣਾ ਤੇ ਬੰਦੇ ਨੇ ਹੋਰ ਬਿਮਾਰ ਹੀ ਹੋਣਾ ਜਾਂ ਹੋਰ ਉਹਨਾਂ ਨੂੰ ਮਸਲੇ ਬਣੇਗੇ। ਲੇਕਿਨ ਇਹਨਾਂ ਇਹ ਬਸ ਜ਼ਿੱਦ ਸੀਗੇ ਨਹੀਂ ਜੀ ਛੁੱਟੀਆਂ ਦੇ ਵਿੱਚ ਤੁਸੀਂ ਸਕੂਲ ਆਣਾ ਹੀ ਆਣਾ। ਪ੍ਰਿੰਸੀਪਲ ਜਿਹੜੇ ਸਾਹਿਬ ਸੀਗੇ ਇਹ ਜ਼ਿੱਦ ਸੀ, ਉਹ ਕੀ ਕਹਾਣੀ ਸੀ? ਅੱਛਾ, ਉਹ ਮੈਂ ਜ਼ਾਤੀ ਤੌਰ ਤੇ ਸਮਝਦਾ ਟ੍ਰੇਨਿੰਗ ਦੇਣਾ ਬਹੁਤ ਅੱਛੀ ਗੱਲ ਹੈ ਤੇ ਟੀਚਰ ਜਿਹੜੇ ਨੇ ਇਹ ਉਹੀ ਟੀਚਰ ਨੇ, ਉਹਨਾਂ ਨੂੰ ਜਦੋਂ ਸਾਰਾ ਸਾਲ ਪੜ੍ਹਾਉਂਦੇ ਉਦੋਂ ਵੀ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਹੁੰਦੀਆਂ, ਉਦੋਂ ਵੀ ਉਹਨਾਂ ਨੂੰ ਸਾਰੀਆਂ ਬਿਮਾਰੀਆਂ ਨਾਲ ਚੱਲਦੀਆਂ ਨੇ। ਬਿਲਕੁਲ ਇਹ ਨਹੀਂ ਕਿ ਛੁੱਟੀਆਂ ਦੇ ਵਿੱਚ ਬਿਮਾਰੀ ਵੱਧ ਜਾਂਦੀ ਹੈ ਤੇ ਉਹ ਕਹਿੰਦੀ ਛੁੱਟੀਆਂ 'ਚ ਘਰ ਬਹਿ ਜਾਓ, ਕੋਈ ਕੰਮ ਨਾ ਕਰੋ। ਇਹ ਬਹਾਨਾ ਮੈਂ ਸਮਝਦਾ ਟੀਚਰਾਂ ਦਾ। ਇਹ ਬਿਲਾ ਜਵਾਜ਼ ਤਨਕੀਦ ਸੀ। ट्रेनिंग बहुत अच्छी चीज़ है, उन्हें ना पढ़ाने दे हुनर मजीद निखरते टीचरां दे। अगर वो छुट्टियां च ट्रेनिंग करवाई गई वो इदारे वास्ते बेहतरी सी और टीचरां दे अपने वास्ते बेहतरी सी कि उन्हां दी परफॉर्मेंस मजीद अच्छी होनी सी। बिल्कुल इनू कोई तनकीद करे या इनू कोई जवाब समझे टीचर नू नौकरी तो फारग करना, इंदा नौकरी तो कढ़ने ना कोई ताल्लुक नहीं। ਇਹ ਨਵੀਂ ਖਿਚੜੀ ਕੋਈ ਪੱਕੀ ਜਿਹੜੀ ਕੋਈ ਇੱਕ ਹਫ਼ਤਾ ਤੋਂ 10 ਦਿਨ ਚੱਲੀ ਹੈ ਤੇ ਅਚਾਨਕ ਉਹਨਾਂ ਦਾ ਟਰਮੀਨੇਸ਼ਨ ਸਾਹਮਣੇ ਆਇਆ। ਟਰਮੀਨੇਸ਼ਨ ਲੈਟਰ ਹਾਲੇ ਤੱਕ ਪਬਲਿਕ ਨਹੀਂ ਕੀਤਾ ਗਿਆ ਔਰ ਇਸ ਹਵਾਲੇ ਨਾਲ ਨਾ ਤੇ ਇੰਤਜ਼ਾਮੀਆ ਕੋਈ ਮੌਕਫ ਦੇਣਾ ਚਾਹ ਰਹੀ ਹੈ ਔਰ ਨਾ ਪ੍ਰਿੰਸੀਪਲ ਸਾਹਿਬ ਖੁਦ ਸਾਹਮਣੇ ਆਣਾ ਚਾਹ ਰਹੇ ਨੇ। ਉਹ ਲੈਟਰ ਕਿਉਂ ਨਹੀਂ ਦੇ ਰਿਹਾ? ਅਗਰ ਤੁਸੀਂ ਨੌਕਰੀ ਤੋਂ ਕੱਢ ਦਿੱਤਾ, ਨੂੰ ਘਰੋਂ ਵੀ ਕੱਢ ਦਿੱਤਾ, ਫਿਰ ਲੈਟਰ ਜ਼ਾਹਰ ਕਰ ਦਿਓ ਕਿ ਭਾਈ ਜੀ ਅਸੀਂ ਕੱਢ ਦਿੱਤਾ ਨੌਕਰੀ। ਅੱਛਾ, ਦਰਅਸਲ ਮਾਮਲਾ ਹੈ ਕਿ ਪਿਛਲੇ ਕਮਿਸ਼ਨਰ ਸੀ ਜਿਹੜੇ ਫੈਸਲਾਬਾਦ ਦੇ, ਕਿਉਂਕਿ ਇਹ ਕਮਿਸ਼ਨਰ ਦੀ ਸਰਪ੍ਰਸਤੀ ਚੱਲਣ ਵਾਲਾ ਇਦਾਰਾ ਹੈ, ਉਹਨਾਂ ਨੇ 2026 ਤੱਕ ਪ੍ਰਿੰਸੀਪਲ ਮੁਹੰਮਦ ਸ਼ਾਹਿਦ ਨੂੰ ਬਤੌਰ ਪ੍ਰਿੰਸੀਪਲ ਤਾਇਨਾਤ ਕੀਤਾ ਸੀ। ਅੱਛਾ, ਅਗਰ ਉਹ ਲੈਟਰ ਸਾਹਮਣੇ ਆਂਦਾ ਹੈ ਤੇ ਉਹ ਕੋਰਟ 'ਚ ਵੀ ਜਾ ਸਕਦੇ ਨੇ, ਸਟੇ ਵੀ ਲੈ ਸਕਦੇ ਨੇ ਕਿ ਪਿਛਲੇ ਕਮਿਸ਼ਨਰ ਨੇ ਮੈਨੂੰ 2026 ਤੱਕ ਚਾਰਜ ਦਿੱਤਾ, ਤੁਸੀਂ ਜ਼ਬਰਦਸਤੀ ਟਰਮੀਨੇਟ ਕਿਉਂ ਕਰ ਰਹੇ ਹੋ? ਕਿਉਂਕਿ ਉਹਨਾਂ ਤੇ ਦਬਾਅ ਸੀ ਕਿ ਜ਼ਬਰਦਸਤੀ ਇਸਤੀਫਾ ਦਿੱਤਾ ਜਾਵੇ। ਪ੍ਰਿੰਸੀਪਲ ਮੁਹੰਮਦ ਸ਼ਾਹਿਦ ਨੇ ਇਸਤੀਫਾ ਦੇਣ ਤੋਂ ਇਨਕਾਰ ਕੀਤਾ ਤੇ ਉਹਨਾਂ ਨੇ ਇੱਕ ਇਨਕੁਆਇਰੀ ਲਗਾਈ ਔਰ ਇਨਕੁਆਇਰੀ ਵਨ ਸਾਈਡਡ ਲਗਾਈ। ਉਹਨਾਂ ਦਾ ਜਵਾਬ ਨਹੀਂ ਲਿਆ ਗਿਆ, ਉਹਨਾਂ ਨੂੰ ਰਸਾਈ ਨਹੀਂ ਦਿੱਤੀ ਗਈ ਰਿਕਾਰਡ ਤੱਕ ਤੇ वन साइडेड कार्रवाई करके उन्होंने नौकरी तो फारग करके रातों रात घर भी जबरदस्ती खाली करा लिया गया। जबकि अगर प्रिंसिपल कोई अहुदा खत्म भी हो जाता तो उस तो भी 1-2-3 महीने बाद तक भी वो घर रख सकता है, लेकिन इत्थे नहीं होया। लेकिन तुसी गल सुनी कि जनाब प्रिंसीपल साहब नूं जनाब इक्को रात दे विच मतलब 10 दिन कोई चली स्टोरी, उस तो बाद जनाब इक्को दिन उन्होंने टर्मिनेट लैटर भी नहीं दिता और उन्होंने घर भी खाली कराता, स्कूल च भी फारग करता कि तुसी नौकरी तो फारग जे।